ਸਤਿ ਸ੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਲੋਕਮਤ ਸੱਚ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਸਵੇਰੇ ਅਸੀਂ ਇੱਕ ਖਬਰ ਜਿਹੜੀ ਆ ਬ੍ਰੇਕ ਕੀਤੀ ਸੀ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਕੋਰਟ ਦੇ ਵਿੱਚ ਪੇਸ਼ ਨਹੀਂ ਹੋਣਗੇ। ਹਾਲਾਂਕਿ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਚਰਚਾਵਾਂ ਰਹੀਆਂ ਕਿ ਨਵਜੋਤ ਸਿੰਘ ਸਿੱਧੂ ਹੁਣ ਥੋੜੀ ਦੇਰ ਬਾਅਦ ਪੇਸ਼ ਹੋ ਜਾਣਗੇ, ਪਰ ਸਾਡੀ ਖਬਰ ਤੇ ਮੋਹਰ ਲੱਗੀ ਹੈ। ਰੋਜ਼ਾਨਾ ਲੋਕਨਾਥ ਦੀ ਖਬਰ ਦੇ ਉੱਪਰ ਮੋਹਰ ਲੱਗੀ ਹੈ। ਹਾਲੇ ਤੱਕ 2:30 ਵੱਜ ਗਏ ਨੇ ਔਰ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਪੇਸ਼ ਕੋਰਟ ਦੇ ਵਿੱਚ ਨਹੀਂ ਹੋਏ, ਜਿਸ ਤੋਂ ਲੱਗ ਰਿਹਾ ਕਿ ਸਾਡੀ ਖਬਰ ਤੇ ਜਿਹੜਾ ਉਹ ਮੋਹਰ ਲੱਗ ਚੁੱਕੀ ਹੈ। ਹੁਣ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਦੇ ਸਵਾਲ ਉੱਠ ਰਹੇ ਨੇ ਕਿ ਗਵਾਹੀ ਤੋਂ ਭੱਜ ਰਹੇ ਨੇ, ਨਵਜੋਤ ਸਿੰਘ ਸਿੱਧੂ ਕੋਰਟ ਦੇ ਵਿੱਚ ਪੇਸ਼ ਹੋ ਕੇ ਜਿਹੜੀ ਗਵਾਹੀ ਹੋਣੀ ਆ ਕਿ ਉਹਦੇ ਤੋਂ ਭੱਜ ਰਹੇ ਆ, ਇਹਦੀ ਅਸਲੀਅਤ ਜਿਹੜੀ ਕੀ ਹੈ ਉਸ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਕਿ ਵਾਕਈ ਨਵਜੋਤ ਸਿੰਘ ਸਿੱਧੂ ਭੱਜ ਰਹੇ ਆ ਜਾਂ ਅਸਲੀਅਤ ਕੁਝ ਹੋਰ ਹੈਗੀ ਆ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਭਗਵੰਤ ਮਾਨ ਨੇ ਕੱਲ ਇੱਕ ਚਿੱਠੀ ਜਿਹੜੀ ਹੈ ਉਹ ਪਬਲਿਕ ਡੋਮੇਨ ਦੇ ਵਿੱਚ ਆਪਣੇ ਫੇਸਬੁੱਕ ਪੰਨੇ ਦੇ ਰਾਹੀਂ ਸਾਂਝੀ ਕੀਤੀ, ਜਿਹੜੀ ਕਿ ਪੰਜਾਬੀ ਵਿੱਚ ਸੀ। ਦੂਜੀ ਚਿੱਠੀ ਹੈ ਉਹ ਜਿਹੜੇ ਪੰਜਾਬ ਦੇ ਰਾਜਪਾਲ ਨੂੰ ਭੇਜ ਦਿੱਤੀ, ਜਿਹੜੀ ਕਿ ਅੰਗਰੇਜ਼ੀ ਦੇ ਵਿੱਚ ਸੀ। ਹਾਲਾਂਕਿ ਪੰਜਾਬੀਆਂ ਨੂੰ ਕੁਝ ਹੋਰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ, ਉਧਰ ਜਿਹੜੇ ਰਾਜਪਾਲ ਨੂੰ ਕੁਝ ਹੋਰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ। ਦੋਵਾਂ ਚਿੱਠੀਆਂ ਦੇ ਵਿੱਚ ਫਰਕ ਕੀ ਸੀਗਾ? ਹਾਲਾਂਕਿ ਲੋਕ ਸੋਚਦੇ ਜੀ ਕਿ ਜਿਹੜੀ ਸਾਨੂੰ ਚਿੱਠੀ ਦਿਖਾਈ ਗਈ ਹੈ ਸ਼ਾਇਦ ਉਹੀ ਚਿੱਠੀ ਜਿਹੜੀ ਆ ਉਹ ਰਾਜਪਾਲ ਨੂੰ ਗਈ ਹੋਊਗੀ। ਦੋਵਾਂ ਚਿੱਠੀਆਂ ਦੇ ਵਿੱਚੋਂ ਫਰਕ ਕੀ ਹੈ? ਭਗਵੰਤ ਮਾਨ ਨੇ ਅਜਿਹਾ ਅਲੱਗ-ਅਲੱਗ ਚਿੱਠੀ ਕਿਉਂ ਭੇਜੀਆਂ, ਕਿਉਂ ਝੂਠ ਬੋਲਿਆ ਲੋਕਾਂ ਨੂੰ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੀ ਸਰਕਾਰ ਨੇ, ਉਹਦੇ ਬਾਰੇ ਜਾਣਕਾਰੀ ਦੇਵਾਂਗੇ। ਤਾਂ ਉਧਰ ਦੀਵਾਲੀ ਦੇ ਮੌਕੇ ਤੇ ਕੁਝ ਵੱਡੇ ਫੈਸਲੇ ਵੀ ਸਰਕਾਰ ਦੇ ਵੱਲੋਂ ਲਏ ਗਏ ਆ। ਜਿਹੜੇ ਉਹ ਫੈਸਲੇ ਆ ਤੇ ਕਿਵੇਂ ਉਹਨਾਂ ਫੈਸਲਿਆਂ ਨੂੰ ਲੈਣਗੇ ਲੋਕ, ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਲਈ ਮੇਰੇ ਨਾਲ ਜੁੜੇ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਅਣਖੀ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਨੇ ਜਿਹੜੀ ਸਵੇਰ ਦੀ ਖਬਰ ਤੇ ਮੋਹਰ ਲੱਗੀ ਹੈ ਉਸ ਖਬਰ ਤੇ ਆਪਾਂ ਚਰਚਾ ਕਰਦੇ ਹਾਂ। ਨਵਜੋਤ ਸਿੰਘ ਸਿੱਧੂ ਅੱਜ ਕੋਰਟ ਦੇ ਵਿੱਚ ਹਾਲੇ ਤੱਕ ਤਾਂ ਪੇਸ਼ ਨਹੀਂ ਹੋਏ। 2:30 ਵਜੇ ਦਾ ਜਿਹੜਾ ਸਮਾਂ ਹੋ ਚੁੱਕਿਆ ਹੈ ਔਰ ਜਿਹੋ ਜਿਹੇ ਹਾਲਾਤ ਆ ਲੱਗ ਨਹੀਂ ਰਿਹਾ ਕਿ ਉਹ ਪੇਸ਼ ਹੋਣਗੇ। ਸਵੇਰੇ ਆਪਾਂ ਦੱਸ ਦਿੱਤਾ ਸੀਗਾ, ਇੱਕ ਵਾਰੀ ਫਿਰ ਤੋਂ ਆਪਾਂ ਦੱਸ ਦਈਏ ਕਿ ਕਾਰਨ ਨਵਜੋਤ ਸਿੰਘ ਸਿੱਧੂ ਦੇ ਅੱਜ ਨਾ ਪੇਸ਼ ਹੋਣ ਦਾ ਕੀ ਹੈ ਔਰ ਉਸ ਤੋਂ ਬਾਅਦ ਹੁਣ ਜਿਹੜੀਆਂ ਗੱਲਾਂ ਚੱਲ ਰਹੀਆਂ ਕਿ ਨਵਜੋਤ ਸਿੰਘ ਸਿੱਧੂ ਸ਼ਾਇਦ ਗਵਾਹੀ ਤੋਂ ਭੱਜ ਰਹੇ ਨੇ, ਅਜਿਹੀਆਂ ਗੱਲਾਂ ਕਿਉਂ ਚੱਲ ਰਹੀਆਂ ਨੇ ਔਰ ਕੀ ਵਾਕਈ ਨਵਜੋਤ ਸਿੰਘ ਸਿੱਧੂ ਗਵਾਹੀ ਤੋਂ ਭੱਜ ਰਹੇ ਆ, ਇਸ ਤੇ ਜ਼ਰੂਰ ਚਾਨਣਾ ਪਾਓ। ਸੁਖਵਿੰਦਰ ਜੀ, ਕੱਲ ਦੀ ਅਸੀਂ ਪ੍ਰੋਗਰਾਮ ਔਰ ਅੱਜ ਸਵੇਰੇ ਜੋ ਪ੍ਰੋਗਰਾਮ ਕੀਤਾ ਉਹਦੇ ਵਿਚਕਾਰ ਅਸੀਂ ਇਹ ਗੱਲ ਕਹਿ ਦਿੱਤੀ ਸੀ ਕਿ ਨਵਜੋਤ ਸਿੱਧੂ ਅੱਜ ਪੇਸ਼ ਜਿਹੜੇ ਉਹ ਨਹੀਂ ਹੋਣਗੇ। ਇਸ ਦਾ ਕਾਰਨ ਇਹ ਹੈ ਸੁਖਵਿੰਦਰ ਜੀ, ਜਿਸ ਤਰੀਕੇ ਨਾਲ ਕੱਲ ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਇੱਕ ਚਿੱਠੀ ਲਿਖੀ ਔਰ ਉਸ ਤੋਂ ਮਗਰੋਂ ਉਹਨਾਂ ਨੇ ਹੋਰ ਹਵਾਲੇ ਜਿਹੜੇ ਉਹ ਦਿੱਤੇ ਔਰ ਇਹ ਗੱਲ ਗਰੰਟੀ ਮੰਗੀ ਕਿ ਹਾਂ ਭਾਈ ਮੈਨੂੰ ਦੱਸਿਆ ਜਾਵੇ ਕਿ ਹਾਂ ਭਾਈ ਮੈਂ ਗਵਾਹੀ ਦੇਣ ਨੂੰ ਤਿਆਰ ਹਾਂ, ਮੈਨੂੰ ਕੋਈ ਸਮੱਸਿਆ ਨਹੀਂ ਹੈਗੀ, ਮੈਂ ਗਵਾਹੀ ਦੇਣ ਨੂੰ ਜਾਵਾਂਗਾ, ਪਰ ਮੈਨੂੰ ਇਹ ਮੇਰੀ ਸੁਰੱਖਿਆ ਜਿਹੜੀ ਜ਼ਿੰਮੇਵਾਰੀ ਆ ਉਹ ਕੋਈ ਲਵੇ ਤੇ ਉਸ ਨੂੰ ਠੀਕ ਤਰੀਕੇ ਨਾਲ ਇਸ ਗੱਲ ਦਾ ਗਰੰਟੀ ਜਿਹੜੀ ਆ ਉਹ ਦਿੱਤੀ ਜਾਵੇ। ਤੇ ਤੁਹਾਨੂੰ ਪਤਾ ਹੋਵੇਗਾ ਫਿਰ ਉਸ ਮਗਰੋਂ ਸੀਐਮ ਜਿਹੜੇ ਨੇ ਭਗਵੰਤ ਮਾਨ ਉਹ ਵੀ ਹਰਕਤ ਵਿੱਚ ਆਏ ਤਾਂ ਉਹਨਾਂ ਨੇ ਵੀ ਇੰਨੀ ਗੱਲ ਕਹੀ ਕਿ ਸੁਰੱਖਿਆ ਦੇ ਜਿਹੜੇ ਪੁਖਤਾ ਪ੍ਰਬੰਧ ਨੇ ਉਹ ਕਰ ਦਿੱਤੇ ਗਏ ਆ ਤੇ ਨਵਜੋਤ ਸਿੱਧੂ ਜਿਹੜੇ ਉਹ ਗਵਾਹੀ ਦੇਣ ਆਉਣ, ਉਹਨਾਂ ਦੀ ਗਰੰਟੀ ਤਾਂ ਨਹੀਂ ਕਹੀ, ਉਹਨਾਂ ਨੇ ਕਿਹਾ ਕਿ ਸੁਰੱਖਿਆ ਪੂਰੀ ਚਾਕ ਚੌਬੰਦ ਜਿਹੜੀ ਆ ਉਹ ਕਰ ਦਿੱਤੀ ਗਈ। ਖੈਰ, ਜਿਸ ਤਰੀਕੇ ਦੀਆਂ ਪਿਆਸ ਰਹੀਆਂ ਸਨ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਠੀਕ ਆ ਮੈਂ ਆਨਲਾਈਨ ਗਵਾਹੀ ਦੇ ਦੇਣਾ ਵੀਡੀਓ ਕਾਨਫਰੰਸਿੰਗ ਰਾਹੀਂ, ਕਿ ਤੁਸੀਂ ਮੇਰੀ ਗਵਾਹੀ ਲੈਣੀ ਹੈ, ਹੋਰ ਸਾਹਮਣੇ ਬਿਠਾ ਕੇ ਤਾਂ ਕੋਈ ਚੀਜ਼ ਲੈਣੀ ਨਹੀਂ। ਪਰ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਅਦਾਲਤ ਦੀ ਜਿਹੜਾ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਗਿਆ ਤਾਂ ਇਹ ਵੀ ਅਸੀਂ ਸਮਝ ਸਕਦੇ ਹਾਂ ਕਿ ਇਸ ਦੇ ਪਿੱਛੇ ਕੀ ਕਾਰਨ ਜਾਂ ਹੋ ਸਕਦੇ ਜਾਂ ਕੀ ਕਾਰਨ ਨਹੀਂ ਹੋ ਸਕਦੇ। ਉਹ ਵੀ ਕੁਝ ਸਥਿਤੀਆਂ ਕੁਝ ਹੋਰ ਤਰੀਕੇ ਦੀਆਂ ਨੇ। ਪਰ ਇਹ ਅਸੀਂ ਇਹ ਗੱਲ ਕਹਿ ਦਈਏ ਕਿ ਨਵਜੋਤ ਸਿੱਧੂ ਨੇ ਜਿਹੜਾ ਪੁਆਇੰਟ ਉਠਾਇਆ ਸੀ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ, ਤੇ ਜਦੋਂ ਭਗਵੰਤ ਮਾਨ ਨੇ ਉਹਦੇ ਸੰਬੰਧੀ ਇਹ ਕਹਿ ਦਿੱਤਾ ਕਿ ਹਾਂ ਭਾਈ ਸਿਕਿਉਰਿਟੀ ਜਿਹੜੀ ਸਖਤ ਹੈ, ਤਾਂ ਇਸ ਦਾ ਮਤਲਬ ਇਹ ਵੀ ਗੱਲ ਨਾਲ ਸੀ ਕਿ ਜੋ ਕੁਝ ਜਿਹੜਾ ਖਦਸ਼ਾ ਨਵਜੋਤ ਸਿੰਘ ਸਿੱਧੂ ਪ੍ਰਗਟਾ ਰਿਹਾ ਸੀ ਉਸ ਖਦਸ਼ੇ ਉੱਤੇ ਭਗਵੰਤ ਸਿੰਘ ਮਾਨ ਵੀ ਸਹਿਮਤ ਸੀ ਕਿ ਹਾਂ ਭਾਈ ਅਜਿਹੀਆਂ ਸਥਿਤੀਆਂ ਹੋ ਸਕਦੀਆਂ ਨੇ, ਤਾਂ ਹੀ ਉਹਨਾਂ ਨੇ ਇਹ ਜਿਹੜੀ ਸੁਰੱਖਿਆ ਦੇ ਪ੍ਰਬੰਧ ਦੀ ਗੱਲ ਜਿਹੜੀ ਕੀਤੀ। ਪਰ ਹੁਣ ਜਿਸ ਤਰੀਕੇ ਦੇ ਨਾਲ ਕੱਲ ਦੀ ਗੱਲ, ਕੱਲ ਵੀ ਉਹਨਾਂ ਦੀ ਜਿਹੜੀ ਸਿਹਤ ਖਰਾਬ ਰਹੀ, ਕੱਲ ਵੀ ਉਹ ਆਏ ਤੇ ਅੱਜ ਵੀ ਜਿਸ ਤਰੀਕੇ ਨਾਲ ਸਵੇਰ ਤੋਂ 4 ਘੰਟੇ ਦਾ ਮੈਡੀਕਲ ਉਹਨਾਂ ਦਾ ਚੱਲ ਰਿਹਾ, ਅਜੇ ਤੱਕ 4 ਘੰਟੇ ਪਤਾ ਲੱਗਾ ਕਿ ਮੈਡੀਕਲ ਅਜੇ ਵੀ ਜਾਰੀ ਹੈ। ਤਾਂ ਸੁਖਵਿੰਦਰ ਜੀ, ਇਸ ਵੇਲੇ ਨਵਜੋਤ ਸਿੱਧੂ ਦੀ ਜਿਹੜੀ ਪੂਰਨ ਤੌਰ ਤੇ ਸਿੱਧੀ ਜ਼ਿੰਮੇਵਾਰੀ ਉਹ ਜੇਲ੍ਹ ਪ੍ਰਸ਼ਾਸਨ ਜ਼ਿੰਮੇਵਾਰ ਆ, ਕਿਉਂਕਿ ਉਹ ਜੇਲ੍ਹ ਦੇ ਅਧਿਕਾਰੀਆਂ ਦੀ ਕਸਟਡੀ 'ਚ ਆ। ਪ੍ਰੋਡਕਸ਼ਨ ਵਾਰੰਟ ਜਾਰੀ ਹੋ ਗਿਆ, ਹੁਣ ਨਵਜੋਤ ਸਿੱਧੂ ਬਤੌਰ ਇੱਕ ਕੈਦੀ ਉਸ ਜੇਲ੍ਹ 'ਚ ਨਹੀਂ, ਤਾਂ ਉੱਥੇ ਹੁਣ ਜੇਲ੍ਹ ਪ੍ਰਸ਼ਾਸਨ ਦੀ ਪੂਰਨ ਤੌਰ ਤੇ ਉਹਨਾਂ ਦੇ ਜਾਨ ਮਾਲ ਸਿਹਤ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਜੇਲ੍ਹ ਪ੍ਰਸ਼ਾਸਨ ਦੀ ਹੈ। ਤੇ ਸ਼ਾਇਦ ਇਸੇ ਹੀ ਕਾਰਨ ਜੇਲ੍ਹ ਪ੍ਰਸ਼ਾਸਨ ਸਵੇਰ ਤੋਂ ਉਹਨਾਂ ਦਾ ਮੈਡੀਕਲ ਕਰਵਾ ਰਿਹਾ, ਕਿਉਂਕਿ ਬੀਪੀ ਕਦੇ ਫਾਲ ਹੋ ਰਿਹਾ
ਕਦੇ ਕੁਝ ਹੋ ਰਿਹਾ, ਜਾਂ ਇਹੋ ਜਿਹੀਆਂ ਸਥਿਤੀਆਂ ਜਿਹੜੀਆਂ ਕੱਲ ਦੀਆਂ ਚੱਲਦੀਆਂ ਪਈਆਂ ਨੇ। ਕੱਲ ਜਦੋਂ ਤਾਂ ਇਹੋ ਚੈਕਿੰਗ ਹੋਈ ਜਿਹੀ ਹੈ ਨਾ, ਨਵਜੋਤ ਸਿੰਘ ਸਿੱਧੂ ਦਾ ਚੈੱਕਅਪ ਹੋਇਆ, ਡਾਕਟਰਾਂ ਨੇ ਉਦੋਂ ਹੀ ਜਿਹੜੀ ਉਹ ਸਲਾਹ ਦਿੱਤੀ ਸੀ ਆਰਾਮ ਦੀ, ਕਿ ਜੇ ਸਫ਼ਰ ਕੀਤਾ ਗਿਆ ਤਾਂ ਜਿਹੜਾ ਹੈਗਾ ਤੁਸੀਂ ਬੇਹੋਸ਼ ਹੋ ਸਕਦੇ ਹੋ, ਤਾਂ ਉਹਨਾਂ ਨੇ ਆਰਾਮ ਕਰਨ ਦੀ ਜਿਹੜੀ ਉਹ ਸਲਾਹ ਦਿੱਤੀ ਸੀ। ਤੇ ਅੱਜ ਵੀ ਚੈੱਕਅਪ ਚੱਲ ਰਿਹਾ ਹੈ। ਔਰ ਦੂਜੇ ਪਾਸੇ ਅਣਖੀ ਸਾਹਿਬ ਗੱਲ ਇਹ ਵੀ ਹੈਗੀ ਆ, ਉਹ ਇੱਕ ਕਾਰਨ ਜ਼ਰੂਰ ਦੱਸਿਓ ਕਿ ਬਿਮਾਰ ਹੋਣ ਦੇ ਕੀ ਹੈ, ਕਿਉਂਕਿ ਜਿਸ ਤਰੀਕੇ ਨਾਲ 30 ਕਿਲੋ ਭਾਰ ਘਟ ਗਿਆ, ਉਹ ਜਿਹੜੀਆਂ ਗੱਲਾਂ ਬਾਤਾਂ ਸਾਰੀਆਂ ਚੱਲ ਰਹੀਆਂ ਉਹ ਆਪਾਂ ਦਰਸ਼ਕਾਂ ਨੂੰ ਬਾਰ-ਬਾਰ ਦੱਸ ਚੁੱਕੇ ਹਾਂ। ਔਰ ਇਹਦੇ ਵਿੱਚ ਇਹ ਵੀ ਸੀ ਕਿ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਕੱਲ ਸਲਾਹ ਦੇ ਦਿੱਤੀ ਗਈ ਆਰਾਮ ਕਰੋ, ਤਾਂ ਅੱਜ ਵੀ ਨਵਜੋਤ ਸਿੰਘ ਸਿੱਧੂ ਨੂੰ ਇਹ ਗੱਲ ਕਹੀ ਗਈ ਚੈੱਕਅਪ ਚੱਲ ਰਿਹਾ ਹੈ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜੇਲ੍ਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, ਤੇ ਚੈੱਕਅਪ ਤੇ ਆਖਰੀ ਫੈਸਲਾ ਜਿਹੜਾ ਉਹ ਜੇਲ੍ਹ ਪ੍ਰਸ਼ਾਸਨ ਨੇ ਲੈਣਾ ਕਿ ਸਿੱਧੂ ਇਸ ਤਰੀਕੇ ਨਾਲ ਫਿੱਟ ਹੈਗੇ ਕਿ ਜਾ ਸਕਦੇ ਹੋਣ, ਉਹ ਜੇਲ੍ਹ ਪ੍ਰਸ਼ਾਸਨ ਨੇ ਲੈਣਾ। ਸਿੱਧੂ ਦੇ ਮੰਨਣ ਜਾਂ ਨਾ ਮੰਨਣ ਦੇ ਨਾਲ ਕੁਝ ਨਹੀਂ ਹੁੰਦਾ। ਸਿੱਧੂ ਸਿਰਫ ਦਰਖਾਸਤ ਕਰ ਸਕਦੇ ਆ, ਬੇਨਤੀ ਕਰ ਸਕਦੇ ਆ, ਪਰ ਆਖਰੀ ਫੈਸਲਾ ਜਿਹੜਾ ਅਦਾਲਤ ਜੇਲ੍ਹ ਪ੍ਰਸ਼ਾਸਨ ਨੇ ਲੈਣਾ ਕਿ ਅਸੀਂ ਉਹਨੂੰ ਪੇਸ਼ ਕਰਨ ਦੇ ਲਈ ਲਿਜਾ ਸਕਦੇ ਹਾਂ, ਕਿ ਉਹਨਾਂ ਦੀ ਸਿਹਤ ਇਸ ਤਰੀਕ ਨੂੰ ਅਲਾਓ ਜਿਹੜੀ ਕਰਦੀ ਹੈਗੀ, ਇਸੇ ਕਰਕੇ ਚੈੱਕਅਪ ਚੱਲ ਰਿਹਾ ਸੀ। ਪਰ ਦੂਜੇ ਪਾਸੇ ਇਹ ਵੀ ਤਾਂ ਹੈ ਨਾ, ਵੀਡੀਓ ਕਾਨਫਰੰਸਿੰਗ ਦੇ ਰਾਹੀਂ ਵੀ ਇੱਕ ਆਪਸ਼ਨ ਹੈਗੀ ਹੈ। ਜੇ ਆਪਾਂ ਬਾਕੀ ਇਹ ਗੱਲ ਕਹੀਏ ਕਿ ਨਵਜੋਤ ਸਿੰਘ ਸਿੱਧੂ ਗਵਾਹੀ ਤੋਂ ਭੱਜ ਰਹੇ ਆ, ਤਾਂ ਫਿਰ ਉਹਨਾਂ ਨੇ ਖੁਦ ਵੀ ਤਾਂ ਇਹ ਗੱਲ ਕਹੀ ਹੈ ਨਾ ਕਿ ਭਾਈ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਮੈਨੂੰ ਜਿਹੜਾ ਉਹ ਪੇਸ਼ ਕਰਵਾ ਲਓ, ਮੇਰੀ ਗਵਾਹੀ ਜਿਹੜੀ ਆ ਉਹ ਲੈ ਲਓ। ਔਰ ਦੂਜੇ ਪਾਸੇ ਗਵਾਹੀ ਤੋਂ ਭੱਜਣ ਦੀ ਗੱਲ ਇਸ ਲਈ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਤਾਂ ਗਵਾਹੀ ਦੇਣ ਲਈ ਤਿਆਰ ਹੈ, ਪਰ ਡਾਕਟਰਾਂ ਦੀ ਟੀਮ ਜਿਹੜੀ ਚੈੱਕਅਪ ਕਰ ਰਹੀ ਹੈ ਔਰ ਜੇਲ੍ਹ ਪ੍ਰਸ਼ਾਸਨ ਜਿਹੜਾ ਚੈੱਕਅਪ ਕਰ ਰਿਹਾ, ਉਹੀ ਗੱਲ ਆਪਾਂ ਫਿਰ ਕਰ ਰਹੇ ਹਾਂ ਕਿ ਉਹਨਾਂ ਦਾ ਆਖਰੀ ਫੈਸਲਾ ਹੈ ਕਿ ਸਿੱਧੂ ਨੂੰ ਭੇਜਣਾ ਕਿ ਨਹੀਂ ਭੇਜਣਾ। ਬਿਲਕੁਲ ਸੁਖਵਿੰਦਰ ਜੀ, ਇੱਕ ਗੱਲ ਇਹ ਵੀ ਕਹਿ ਦਈਏ ਕਿ ਜਿਹੜੇ ਡਾਕਟਰ ਇਸ ਵੇਲੇ ਜਿਹੜਾ ਉਹਨਾਂ ਦਾ ਮੁਲਾਜ਼ਾ ਕਰ ਰਹੇ ਨੇ, ਉਹ ਕਾਂਗਰਸ ਪਾਰਟੀ ਦੇ ਜਾਂ ਨਵਜੋਤ ਸਿੱਧੂ ਦੇ ਨਹੀਂ ਆ, ਬਲਕਿ ਇਸ ਵੇਲੇ ਉਹ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਹੀ ਡਾਕਟਰ, ਉਸਦੇ ਪ੍ਰਬੰਧਾਂ ਦੇ ਹੇਠ ਹੀ ਡਾਕਟਰ ਨੇ। ਤਾਂ ਸੋ ਕਹੀਂ ਕਿਸੇ ਕਿਸਮ ਦੀ ਪੱਖਪਾਤੀ ਰਵੱਈਆ ਨਹੀਂ ਕਹਿ ਸਕਦੇ ਕਿ ਜਾਣ ਬੁੱਝ ਕੇ ਡਾਕਟਰ ਇਹੋ ਜਿਹਾ ਕੰਮ ਕਰਨਗੇ ਕਿ ਹਾਂ ਵੀ ਇਸ ਤਰ੍ਹਾਂ ਦਾ ਮਾਹੌਲ ਸਿਰ ਜਦੋਂ ਜਾਂ ਐਸੀ ਰਿਪੋਰਟ ਦੇ ਦਿਓ ਕਿ ਕਹਿ ਦਿਓ ਕਿ ਇਹ ਸਫ਼ਰ ਕਰਨ ਦੇ ਯੋਗ ਨਹੀਂ ਆ, ਕਿਉਂਕਿ ਉਹ ਵੀ ਸਰਕਾਰੀ ਮੁਲਾਜ਼ਮ ਨੇ। ਤਾਂ ਜਿਸ ਤਰੀਕੇ ਨਾਲ ਇਸ ਵੇਲੇ ਸਰਕਾਰ ਜਿਹੜੀ ਆਪਣੇ ਮੁਲਾਜ਼ਮਾਂ ਤੇ ਸਖਤ ਆ, ਮੇਰਾ ਨਹੀਂ ਖਿਆਲ ਕੋਈ ਮੁਲਾਜ਼ਮ ਕਿਸੇ ਪਾਸੇ ਪੱਖਪਾਤ ਕਰ ਸਕਦਾ ਹੋਵੇ। ਤੇ ਜੇ ਡਾਕਟਰ ਨੇ ਇਹ ਸਲਾਹ ਦਿੱਤੀ ਤਾਂ ਵਾਕਿਆ ਹੀ ਨਵਜੋਤ ਸਿੱਧੂ ਦੀ ਸਿਹਤ ਨੂੰ ਆਧਾਰ ਬਣਾ ਕੇ ਇਹ ਜਿਹੜਾ ਫੈਸਲਾ ਜਿਹੜਾ ਉਹ ਕੀਤਾ ਗਿਆ। ਤੇ ਹੁਣ 2:30 ਵੱਜ ਚੁੱਕੇ ਆ ਜਿਸ ਤਰੀਕੇ ਨਾਲ ਆਪਾਂ ਸਮੇਂ ਦੀ ਗੱਲ ਕਰ ਰਹੇ ਹਾਂ, ਪਰ ਅਜੇ ਤੱਕ ਕੋਈ ਵੀ ਜਿਹੜੀ ਪ੍ਰਕਿਰਿਆ ਆ ਜਾਂ ਆਪਣੇ ਨਵਜੋਤ ਸਿੱਧੂ ਵੱਲੋਂ ਜਾਂ ਦੂਸਰੇ ਪਾਸਿਓਂ ਨਹੀਂ ਆਈ ਕਿ ਉਹ ਜਾਣਗੇ ਜਾਂ ਨਹੀਂ ਜਾਣਗੇ। ਅਖੀਰ ਇਹ ਫੈਸਲਾ ਜੇਲ੍ਹ ਪ੍ਰਸ਼ਾਸਨ ਨੇ ਕਰਨਾ ਕਿ ਉਹਨਾਂ ਨੇ ਨਵਜੋਤ ਸਿੱਧੂ ਨੂੰ ਉਹਨਾਂ ਦੇ ਹਵਾਲੇ ਕਰਨਾ ਕਿ ਜਾਂ ਨਹੀਂ ਕਰਨਾ। ਸੋ ਇਹ ਸਾਰਾ ਕੁਝ ਇਸ ਪਾਸੇ ਕਿਹਾ ਜਾਵੇ ਕਿ ਨਵਜੋਤ ਸਿੱਧੂ ਗਵਾਹੀ ਤੋਂ ਭੱਜਦਾ। ਬੜੀ ਵਧੀਆ ਤੁਸੀਂ ਗੱਲ ਕੀਤੀ ਆ ਕਿ ਨਵਜੋਤ ਸਿੱਧੂ ਸਿਰਫ ਬੇਨਤੀ ਕਰ ਸਕਦਾ, ਮੰਨਣਾ ਜਾਂ ਨਾ ਮੰਨਣਾ ਜੇਲ੍ਹ ਪ੍ਰਸ਼ਾਸਨ ਦਾ ਉਹਦਾ ਅਧਿਕਾਰ ਖੇਤਰ ਹੈ। ਨੰਬਰ 2 ਅਦਾਲਤ ਦੇ ਹੁਕਮ ਨੇ, ਤਾਂ ਜਦੋਂ ਅਦਾਲਤ ਦੇ ਹੁਕਮ ਹੋਣ ਤਾਂ ਫਿਰ ਜੇਲ੍ਹ ਪ੍ਰਸ਼ਾਸਨ ਵਾਸਤੇ ਵੀ ਸਥਿਤੀ ਬੜੀ ਕੰਟਰੋਵਰਸ਼ਲ ਬਣ ਜਾਂਦੀ ਆ ਕਿ ਇੱਕ ਪਾਸੇ ਦਾ ਕੈਦੀ ਦੀ ਸਿਹਤ ਦੇ ਹਵਾਲੇ ਦੇ ਕੇ ਉਹ ਸਫ਼ਰ ਕਰਨ ਦੇ ਯੋਗ ਨਹੀਂ, ਤਾਂ ਫਿਰ ਕਿਸੇ ਵੀ ਸੂਰਤ ਦੇ ਵਿੱਚ ਜਦੋਂ ਇਦਾਂ VIP ਜਾਂ ਸੈਲੀਬ੍ਰਿਟੀ ਹਾਈ ਪ੍ਰੋਫਾਈਲ ਕੇਸ ਹੋਵੇ ਤਾਂ ਜੇਲ੍ਹ ਪ੍ਰਸ਼ਾਸਨ ਵੀ ਜਿਹੜਾ ਨਾ ਫੂਕ ਕੇ ਕਦਮ ਜਿਹੜਾ ਉਹ ਰੱਖੇਗਾ। ਕਿਸੇ ਵੀ ਸੂਰਤ 'ਚ ਨਾ ਤਾਂ ਨਵਜੋਤ ਸਿੱਧੂ ਦੀ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਕੀਤਾ ਜਾ ਸਕਦਾ, ਨਾ ਉਸ ਦੀ ਸਿਹਤ ਦੇ ਸੰਬੰਧ ਦੇ ਵਿੱਚ ਕੋਈ ਰਿਸਕ ਲੈ ਕੇ ਉਸ ਨੂੰ ਤੋੜਿਆ ਜਾ ਸਕਦਾ, ਤੇ ਨਾ ਹੀ ਅਦਾਲਤੀ ਹੁਕਮਾਂ ਦੀ ਕਿਸੇ ਤਰੀਕੇ ਨਾਲ ਅਵੇਲਣਾ ਕੀਤੀ ਜਾ ਸਕਦੀ ਆ। ਸੋ ਜੇਲ੍ਹ ਪ੍ਰਸ਼ਾਸਨ ਇਸ ਵੇਲੇ ਜੇਕਰ ਨਵਜੋਤ ਸਿੱਧੂ ਨੂੰ ਉਸ ਪ੍ਰੋਡਕਸ਼ਨ ਵਾਰੰਟ ਦੇ ਆਧਾਰ ਤੇ ਨਹੀਂ ਭੇਜ ਰਿਹਾ ਤੇ ਪੂਰਨ ਤੌਰ ਤੇ ਜੇਲ੍ਹ ਦੀ ਵਿੱਚ ਜਿਹੜੇ ਕੈਦੀ ਨੂੰ ਮਿਲੇ ਸੰਵਿਧਾਨਕ ਅਧਿਕਾਰ ਨੇ ਜਾਂ ਮੌਲਿਕ ਅਧਿਕਾਰ ਨੇ, ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਜੇਲ੍ਹ ਪ੍ਰਸ਼ਾਸਨ ਇਸ ਵੇਲੇ ਨਿਭਾਉਂਦਾ ਉਹ ਨਜ਼ਰ ਆ ਰਿਹਾ। ਬਾਕੀ ਜਿਹੜੀ ਤਸਵੀਰ ਆ ਉਹ ਹੋਰ ਘੜੀ ਤੱਕ ਸਾਫ਼ ਜਿਹੜੀ ਆ ਜ਼ਰੂਰ ਹੋ ਜਾਏਗੀ। ਬਾਕੀ ਦੀ ਉਸਤੇ ਗਵਾਹੀ ਤੋਂ ਭੱਜਣ ਦੀ ਜਾਂ ਨਾ ਭੱਜਣ ਦੀ ਗੱਲ, ਇਹ ਤਾਂ ਸੁਖਵਿੰਦਰ ਜੀ ਆਮ ਲੋਕਾਂ ਦੇ ਕਿਆਸ ਰਾਈਆਂ ਹੁੰਦੀਆਂ ਨੇ ਕਿ ਨਵਜੋਤ ਸਿੱਧੂ ਭੱਜ ਰਿਹਾ, ਨਵਜੋਤ ਸਿੱਧੂ ਭੱਜ ਰਿਹਾ। ਨਵਜੋਤ ਸਿੱਧੂ ਤਾਂ ਉਦੋਂ ਨਹੀਂ ਭੱਜਿਆ ਕਿ ਜਦੋਂ ਆਪਣੀ ਹੀ ਸਰਕਾਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਉਹ ਘੇਰਦੇ ਰਹੇ। ਤਾਂ ਹੁਣ ਉਹਨੇ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ, ਹਾਲਾਂਕਿ ਕੇਸ ਵਿੱਚ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਇਹ ਗਵਾਹੀ ਨਹੀਂ ਹੈਗੀ, ਪਰ ਜੇ ਹੁੰਦੀ ਵੀ ਤਾਂ ਉਸ ਨੂੰ ਕੀ ਫਰਕ ਲੱਗਾ ਸੀ ਪੈਣ, ਕਿਉਂਕਿ ਇਹਨਾਂ ਲੋਕਾਂ ਨੇ ਉਹਦਾ ਅੱਗੇ ਕੀ ਸਵਾਰਿਆ ਤੇ ਜਾਂ ਅੱਗੇ ਭਵਿੱਖ 'ਚ ਕੀ ਸਵਾਰ ਸਕਦੇ। ਨਵਜੋਤ ਸਿੰਘ ਸਿੱਧੂ ਆਪ ਤਾਂ ਫਸ ਨਹੀਂ ਰਹੇ ਇਹਦੇ ਵਿੱਚ, ਸਿਰਫ ਉਹਨੇ ਤਾਂ ਗਵਾਹੀ ਹੈ। ਔਰ ਦੂਜੀ ਗੱਲ ਅਣਖੀ ਸਾਹਿਬ ਇਹ ਵੀ ਹੈਗੀ ਹੈ ਕਿ ਦੂਜੀ ਆਪਸ਼ਨ ਵੀ ਤਾਂ ਮੌਜੂਦ ਹੈ ਨਾ ਵੀਡੀਓ ਕਾਨਫਰੰਸਿੰਗ ਵਾਲੀ। ਬਿਕਰਮ ਸਿੰਘ ਮਜੀਠੀਆ ਇਸੇ ਜੇਲ੍ਹ ਦੇ ਵਿੱਚ ਬੰਦ ਰਹੇ ਆ, ਰਾਜੋਆਣਾ ਬੰਦ ਨੇ, ਉਹਨਾਂ ਦੀ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀਆਂ ਜਿਹੜੀਆਂ ਬਿਕਰਮ ਸਿੰਘ ਮਜੀਠੀਆ ਦੀ ਹੁੰਦੀਆਂ ਰਹੀਆਂ, ਹੋਰ ਵੀ ਬਹੁਤ ਸਾਰੀਆਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀਆਂ ਹੁੰਦੀਆਂ ਨੇ। ਤਾਂ ਫਿਰ ਦੂਜੀ ਆਪਸ਼ਨ ਵੀ ਤਾਂ ਵਰਤੀ ਜਾ ਸਕਦੀ ਹੈ। ਜੇ ਵਾਕਈ ਸਿੱਧੂ ਦੀ ਗਵਾਹੀ ਜ਼ਰੂਰੀ ਹੈਗੀ ਆ ਤਾਂ ਫਿਰ ਦੂਜੀ ਆਪਸ਼ਨ ਵਰਤ ਕੇ ਸਿੱਧੂ ਦੀ ਗਵਾਹੀ ਲਈ ਜਾ ਸਕਦੀ ਹੈ।
ਵੇਖੋ ਜੀ, ਇਹ ਤਾਂ ਸੁਖਵਿੰਦਰ ਜੀ ਪੂਰਨ ਤੌਰ ਤੇ ਇਹ ਤਾਂ ਅਧਿਕਾਰ ਖੇਤਰ ਚ ਆਉਂਦਾ। ਜੇਲ੍ਹ ਦੇ ਵਿੱਚ ਇਹ ਕੋਈ ਨਵੀਂ ਪਿਰਤ ਨਹੀਂ ਆ ਕਿ ਵੀਡੀਓ ਕਾਨਫਰੰਸਿੰਗ ਰਾਹੀਂ ਤੁਸੀਂ ਗਵਾਹੀ ਲੈ ਲਓ। ਬੜੇ ਵੱਡੇ ਕੇਸਾਂ ਦੇ ਵਿੱਚ ਜਾਂ ਹਾਈ ਪ੍ਰੋਫਾਈਲ ਕੇਸਾਂ ਦੇ ਵਿੱਚ ਜਿੱਥੇ ਇਦਾਂ ਦੇ ਮੁੱਦੇ ਹੋਣ, ਉਹਨਾਂ ਵਿਅਕਤੀਆਂ ਨੂੰ ਕੋਰਟ ਦੇ ਰਾਹੀਂ ਇਸੇ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਰਿਹਾ ਆ। ਤੇ ਹਾਲਾਂਕਿ ਇਸ ਕੇਸ ਦੇ ਵਿੱਚ ਨਵਜੋਤ ਸਿੱਧੂ ਬਤੌਰ ਗਵਾਹ ਹੀ ਸ਼ਾਮਲ ਨੇ। ਬਾਕੀ ਸੁਖਵਿੰਦਰ ਜੀ, ਇਹ ਮਾਨਯੋਗ ਮਤਲਬ ਕੋਰਟ ਦਾ ਮਸਲਾ ਆ। ਇਹਦੇ ਵਿੱਚ ਉਹਨਾਂ ਨੇ ਕਿਸ ਆਧਾਰ ਤੇ ਉਹ ਉਹਨਾਂ ਨੂੰ ਸਹੂਲਤ ਨਹੀਂ ਦਿੱਤੀ ਜਾਂ ਨਹੀਂ ਦਿੱਤੀ, ਇਹ ਤਾਂ ਕਾਨੂੰਨੀ ਪ੍ਰਕਿਰਿਆ ਦਾ ਇੱਕ ਉਹਦੇ ਸੰਬੰਧੀ ਸ਼ਾਇਦ ਆਪਾਂ ਟੀਕਾ ਟਿੱਪਣੀ ਨਹੀਂ ਕਰ ਸਕਦੇ। ਪਰ ਹਾਂ, ਇਹ ਜਿਹੜਾ ਅਧਿਕਾਰ ਹੈਗਾ ਜਿਹੜਾ ਵੀਡੀਓ ਕਾਨਫਰੰਸਿੰਗ ਰਾਹੀਂ, ਇਹ ਜ਼ਰੂਰ ਦਿੱਤਾ ਜਾਣਾ ਚਾਹੀਦਾ, ਕਿਉਂਕਿ ਅਗਲਾ ਵਿਅਕਤੀ ਜੇਕਰ 2-3 ਜਾਂ ਹਵਾਲੇ ਜਿਹੜੇ ਦੇ ਰਿਹਾ ਤਾਂ ਉਹਨਾਂ ਹਵਾਲਿਆਂ ਦੇ ਆਧਾਰ ਤੇ ਹੀ ਉਸ ਵਿਅਕਤੀ ਦੀ ਵੀ ਗੱਲ ਸੁਣ ਲੈਣੀ ਜ਼ਰੂਰੀ ਆ ਕਿ ਜਿਸ ਨੂੰ ਤੁਸੀਂ ਬਤੌਰ ਗਵਾਹ ਸੱਦ ਰਹੇ ਜੇ, ਬਤੌਰ ਦੋਸ਼ੀ ਨਹੀਂ। ਦੋਸ਼ੀ ਤਾਂ ਜਿਸ ਕੇਸ ਦੇ ਵਿੱਚ ਸਜ਼ਾ ਉਹ ਕੱਟ ਹੀ ਰਿਹਾ, ਤਾਂ ਫਿਰ ਉਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੀ ਇਹ ਸਥਿਤੀਆਂ ਜਿਹੜੀਆਂ ਨੇ ਘੱਟ ਤੋਂ ਘੱਟ ਨਹੀਂ ਹੋਣੀਆਂ ਚਾਹੀਦੀਆਂ। ਉਹਦੇ ਵਿਅਕਤੀ ਦੇ ਜਿਹੜੇ ਮੌਲਿਕ ਅਧਿਕਾਰ ਦੇ ਜੇਲ੍ਹ ਅੰਦਰ ਵੀ ਜਿਹੜੇ ਸੰਵਿਧਾਨਕ ਅਧਿਕਾਰ ਉਸ ਨੂੰ ਮਿਲੇ ਨੇ, ਉਹਨਾਂ ਦਾ ਪੂਰਨ ਤੌਰ ਤੇ ਰਾਖੀ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਜੀ। ਬਿਲਕੁਲ। ਚਲੋ, ਤਾਂ ਇਹ ਅਸਲੀਅਤ ਸੀਗੀ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਗੱਲਬਾਤ ਕੀਤੀ ਜਾ ਰਹੀ ਸੀਗੀ ਕਿ ਉਹ ਗਵਾਹੀ ਤੋਂ ਭੱਜ ਰਹੇ ਆ ਜਾਂ ਕਿਉਂ ਪੇਸ਼ ਨਹੀਂ ਹੋਏ। ਉਹ ਜਿਹੜੀ ਅਸੀਂ ਗੱਲਬਾਤ ਤੁਹਾਨੂੰ ਦੱਸ ਹੀ ਦਿੱਤੀ ਆ ਕਿ ਮੈਡੀਕਲ ਚੈੱਕਅਪ ਚੱਲ ਰਿਹਾ ਸੀ ਔਰ ਡਾਕਟਰਾਂ ਨੇ ਕੱਲ ਸਲਾਹ ਦੇ ਦਿੱਤੀ ਸੀਗੀ ਕਿ ਉਹ ਸਫ਼ਰ ਨਹੀਂ ਕਰ ਸਕਦੇ, ਬੇਹੋਸ਼ ਹੋ ਸਕਦੇ। ਅੱਜ ਵੀ ਜਿਹੜਾ ਮੈਡੀਕਲ ਚੈੱਕਅਪ ਉਹਨਾਂ ਦਾ ਚੱਲਿਆ ਸੀ ਔਰ ਸ਼ਾਇਦ ਡਾਕਟਰਾਂ ਨੂੰ ਜਾਂ ਜੇਲ੍ਹ ਪ੍ਰਸ਼ਾਸਨ ਨੂੰ ਹਾਲੇ ਤੱਕ ਇਦਾਂ ਦਾ ਨਹੀਂ ਲੱਗਿਆ ਕਿ ਉਹਨਾਂ ਨੂੰ ਲਿਜਾਇਆ ਜਾ ਸਕਦਾ ਜਾਂ ਸਫ਼ਰ ਕਰਾਇਆ ਜਾ ਸਕਦਾ। ਇਸੇ ਕਰਕੇ ਜਿਹੜਾ ਉਹ ਨਹੀਂ ਲਿਜਾਇਆ ਗਿਆ। ਆਖਰੀ ਫੈਸਲਾ ਜੇਲ੍ਹ ਪ੍ਰਸ਼ਾਸਨ ਦਾ ਸੀ ਚੈੱਕਅਪ ਤੋਂ ਬਾਅਦ ਕਿ ਉਹਨਾਂ ਨੂੰ ਲਿਜਾਇਆ ਜਾ ਸਕੇਗਾ ਜਾਂ ਨਹੀਂ ਲਿਜਾਇਆ ਜਾ ਸਕੇਗਾ। ਸਿੱਧੂ ਦਾ ਫੈਸਲਾ ਜਿਹੜਾ ਉਹ ਨਹੀਂ ਸੀ। ਤਾਂ ਇਹ ਅਸਲੀਅਤ ਇੱਕ ਤਾਂ ਇਹ ਸੀ ਕਿ ਕਿਉਂ ਨਹੀਂ ਗਏ, ਔਰ ਦੂਜੀ ਅਸਲੀਅਤ ਇਹ ਸੀ ਕਿ ਵਾਕਈ ਉਹ ਭੱਜ ਰਹੇ ਆ ਜਾਂ ਨਹੀਂ ਭੱਜ। ਅਗਲੀ ਖਬਰ ਅਣਖੀ ਸਾਹਿਬ ਆਪਾਂ ਲੈ ਲੈਂਦੇ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰਾਜਪਾਲ ਦਾ ਜਿਹੜਾ ਆਪਸੀ ਵਿਵਾਦ ਚੱਲ ਰਿਹਾ ਹੈ, ਉਹ ਕੱਲ ਤਾਂ ਪਹਿਲਾਂ ਤਾਂ ਜਦੋਂ ਆਪਾਂ ਵੀ ਚਿੱਠੀ ਤੇ ਉੱਤੇ ਚਰਚਾ ਕੀਤੀ ਹੈ, ਕੱਲ ਤਾਂ ਇਦਾਂ ਲੱਗਿਆ ਕਿ ਲਓ ਜੀ ਠੋਕਵਾਂ ਜਵਾਬ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤਾ। ਪਰ ਕੁਝ ਹੀ ਸਮੇਂ ਦੇ ਬਾਅਦ ਉਹ ਸਾਰੀ ਚਿੱਠੀ ਠੁੱਸ ਉਦੋਂ ਹੋ ਗਈ ਜਦੋਂ ਪਤਾ ਲੱਗਿਆ ਕਿ ਜਿਹੜੀ ਤਾਂ ਬੜਕ ਵਾਲੀ ਚਿੱਠੀ ਸੀ ਪੰਜਾਬੀ ਜਿਹੜੀ ਤੁਹਾਨੂੰ, ਮੈਨੂੰ ਔਰ ਲੋਕਾਂ ਨੂੰ ਦਿਖਾਈ ਗਈ, ਉਹ ਹੋਰ ਸੀ। ਤੇ ਜਿਹੜੀ ਅੰਗਰੇਜ਼ੀ ਦੇ ਵਿੱਚ ਚਿੱਠੀ ਬਨਵਾਰੀ ਲਾਲ ਪੁਰੋਹਿਤ ਨੂੰ ਭੇਜੀ ਗਈ, ਉਹਦੇ ਵਿੱਚ ਮਿੰਨਤਾਂ ਤਰਲੇ ਸੀ। ਇਹ ਕੀ ਚੱਕਰ ਪੈ ਗਿਆ? ਇਹ ਲੋਕਾਂ ਦੇ ਅੱਖੀ ਘੱਟਾ ਪਾਇਆ ਜਾਂ ਰਾਜਪਾਲ ਦੇ? ਲੋਕਾਂ ਨੂੰ ਮੂਰਖ ਬਣਾਇਆ ਜਾਂ ਰਾਜਪਾਲ ਨੂੰ? ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ? ਜਾਂ ਆਪ ਹੀ ਸਰਕਾਰ ਜਿਹੜੀ ਮੂਰਖ ਬਣ ਗਈ ਹੈ? ਅਜਿਹਾ ਕਿਉਂ ਕੀਤਾ? ਲੋਕਾਂ ਨੂੰ ਦੂਜੀ ਚਿੱਠੀ ਦਿਖਾਈ ਗਈ, ਰਾਜਪਾਲ ਨੂੰ ਦੂਜੀ ਦਿਖਾਈ ਗਈ। ਇਹ ਸਲਾਹਕਾਰ ਕਿਹੜਾ ਭਗਵੰਤ ਮਾਨ ਦਾ ਜਿਹੜਾ ਇਸ ਤਰੀਕੇ ਨਾਲ ਇਹਨਾਂ ਨੂੰ ਫਸਾਈ ਜਾ ਰਿਹਾ? ਸੁਖਵਿੰਦਰ ਜੀ, ਪਹਿਲਾਂ ਤਾਂ ਗੱਲ ਮੈਂ ਇਹ ਕਹਿੰਦਾ, ਨਾ ਤਾਂ ਲੋਕ ਮੂਰਖ ਬਣੇ ਤੇ ਨਾ ਰਾਜਪਾਲ ਮੂਰਖ ਬਣਿਆ। ਇਹ ਸਰਕਾਰ ਹੀ ਆਪਣੇ ਆਪ 'ਚ ਮੂਰਖ ਬਣ ਗਈ। ਇਸ ਗੱਲ 'ਚ ਜ਼ਿਆਦਾ ਵਜ਼ਨ ਲੱਗਦਾ, ਕਿਉਂਕਿ ਜਦੋਂ ਦੋਹਰੇ ਮਾਪਦੰਡ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਦੂਜੀ ਚਿੱਠੀ ਵਿਖਾਉਂਦੇ ਜੇ, ਦੂਜੇ ਪਾਸੇ ਜਾ ਕੇ ਤਰਲੇ ਮਾਰਦੇ ਪਏ ਜੇ, ਤਾਂ ਇਹ ਫਿਰ ਸਥਿਤੀਆਂ ਸੁਖਵਿੰਦਰ ਜੀ ਉਹੀ ਨੇ ਕਿ ਪੱਲੇ ਤੁਹਾਡੇ ਕੁਝ ਨਹੀਂ ਆ। ਫਿਰ ਇਹ ਜਿਹੜੀ ਸਰਕਾਰ ਜਿਹੜੀ ਚੱਲਣ ਡਈ ਆ, ਫਿਰ ਸ਼ਾਇਦ ਹਵਾ ਰੱਬ ਦੇ ਰਾਖੇ ਚੱਲਣ ਡਈ ਆ। ਸਲਾਹਕਾਰ ਜਿਹੋ ਜਿਹੇ, ਜੇਕਰ ਵਾਕਿਆ ਹੀ ਸਲਾਹਕਾਰ ਹੈਗੇ ਤੇ ਸਲਾਹਕਾਰ ਇਹੋ ਜਿਹੇ ਫੈਸਲੇ ਦੇ ਰਹੇ ਆ, ਤਾਂ ਸੁਖਵਿੰਦਰ ਜੀ ਫਿਰ ਭਗਵੰਤ ਮਾਨ ਨੂੰ ਦੁਸ਼ਮਣਾਂ ਦੀ ਜਿਹੜੀ ਲੋੜ ਆ ਉਹ ਨਹੀਂ ਹੈਗੀ। ਫਿਰ ਦੁਸ਼ਮਣਾਂ ਦੀ ਸਲਾਹਕਾਰ ਹੀ ਸਾਰਾ ਕੰਮ ਕਰੀ ਜਾਂਦੇ ਪਏ, ਫਿਰ ਦੁਸ਼ਮਣ ਉਹਨੂੰ ਪਾਲਣ ਦੀ ਲੋੜ ਨਹੀਂ ਆ। ਹੁਣ ਗੱਲ ਕਰੀਏ ਉਸ ਚਿੱਠੀ ਦੀ। ਸੁਖਵਿੰਦਰ ਜੀ, 2 ਚਿੱਠੀਆਂ ਅਸੀਂ ਵੀ ਚਰਚਾ ਕੀਤੀ। ਪੰਜਾਬੀ ਦੇ ਵਿੱਚ ਪੂਰਨ ਤੌਰ ਤੇ ਪੂਰੀਆਂ ਬੜਕਾਂ ਮਾਰੀਆਂ ਗਈਆਂ, ਜਿਸ ਤਰੀਕੇ ਨਾਲ ਪੰਜਾਬੀ ਦੇ ਰਾਖੇ ਉਹ ਨੇ, ਤੇ ਦੂਜੇ ਪਾਸੇ ਜਿਹੜੀ ਅੰਗਰੇਜ਼ੀ 'ਚ ਚਿੱਠੀ ਪਾਈ ਗਈ ਉਹਦੇ 'ਚ ਇਹ ਗੱਲ ਕਹੀ ਗਈ ਆ ਕਿ ਹਾਂ ਭਈ ਉਹ 'ਚ ਤਰਲੇ ਮਿੰਨਤਾਂ ਨੇ ਕਿ ਹਾਂ ਵੀ ਕੋਈ ਗੱਲ ਨਹੀਂ, ਇਸ ਤਰ੍ਹਾਂ ਤੁਸੀਂ ਸਾਨੂੰ ਸਹਿਯੋਗ ਦਿਓ। ਉਹ 'ਚ ਬੜੇ ਪੁਆਇੰਟ ਜਿਹੜੇ ਮਿਸਿੰਗ ਨੇ। ਹੁਣ ਸੁਖਵਿੰਦਰ ਜੀ, ਦੂਜੇ ਪਾਸੇ ਮੰਤਰੀ ਜਿੰਪਾ ਜੀ ਦਾ ਬਿਆਨ ਆ, ਉਹ ਕਹਿੰਦੇ ਜੀ ਦੋਵੇਂ ਚਿੱਠੀਆਂ ਅਸੀਂ ਰਾਜਪਾਲ ਨੂੰ ਪਹੁੰਚਾਈਆਂ ਨੇ, ਉਹਨਾਂ ਦਾ ਪ੍ਰਤੀਕਰਮ ਆ। ਰਾਜਪਾਲ ਸਾਹਿਬ ਦੇ ਦਫ਼ਤਰ ਕਹਿੰਦੇ ਸਾਨੂੰ ਇੱਕ ਚਿੱਠੀ ਮਿਲੀ ਆ। ਹੁਣ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਭਗਵੰਤ ਮਾਨ ਦੀ ਸਰਕਾਰ ਝੂਠ ਬੋਲਦੀ ਰਹੀ ਆ, ਉਹ ਜੰਪਾ ਜੀ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਬਿਆਨ ਤੇ ਯਕੀਨ ਜਿਹੜਾ ਕਰਨਾ ਹੁਣ ਮੁਸ਼ਕਿਲ ਆ। ਕਿਉਂਕਿ ਰਾਜਪਾਲ ਨੂੰ ਕੀ ਸਮੱਸਿਆ? ਜੇ ਰਾਜਪਾਲ ਅੰਗਰੇਜ਼ੀ ਦੀ ਚਿੱਠੀ ਪੇਸ਼ ਕਰ ਸਕਦੇ ਨੇ, ਦੂਜੇ ਪਾਸੇ ਉਹ ਕਹਿ ਸਕਦੇ ਹਾਂ ਵੀ ਪੰਜਾਬੀ ਦੀ ਚਿੱਠੀ ਇਹ ਆਈ ਆ, ਇਹ ਵੀ ਗੱਲ ਹੈਗਾ। ਪਰ ਸਥਿਤੀ ਸੁਖਵਿੰਦਰ ਜੀ ਇਹ ਹੈ ਕਿ ਸਰਕਾਰ ਨੂੰ ਲੋੜ ਕੀ ਇਹੋ ਜਿਹੇ ਮੁੱਦਿਆਂ ਨੂੰ ਜਾਣ ਬੁੱਝ ਕੇ ਇਹੋ ਜਿਹੀਆਂ ਆਪਣੇ ਖਿਲਾਫ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦੇਣ ਵਾਸਤੇ? ਜੇਕਰ ਤੁਸੀਂ ਚਿੱਠੀ ਇੱਕ ਜਾਰੀ ਕੀਤੀ, ਇੱਕ ਪੂਰਨ ਤੌਰ ਤੇ ਗਰਮ ਸੁਭਾਅ ਦੀ ਆ, ਇੱਕ ਨਰਮ ਸੁਭਾਅ ਦੀ, ਜਿਸ ਤਰੀਕੇ ਨਾਲ ਚਿੱਠੀਆਂ ਆ ਰਹੀਆਂ ਨੇ, ਪਰ ਇਸ ਦੀ ਲੋੜ ਕੀ? ਸੁਖਵਿੰਦਰ ਜੀ, ਇਸ ਤੇ ਮੈਨੂੰ ਜੋ ਲੱਗਦਾ ਕਿ ਸ਼ਾਇਦ ਭਗਵੰਤ ਮਾਨ ਜਾਣ ਬੁੱਝ ਕੇ ਇਹ ਜਿਹੇ ਵਾਦ ਵਿਵਾਦ ਛੇੜਨ ਦੇ ਮੂਡ 'ਚ ਨੇ ਕਿ ਹਾਂ ਵੀ ਰਾਜਪਾਲ ਨਾਲ ਜਿਹੜਾ ਇੱਟ ਖੜਿੱਕਾ ਜਿਹੜਾ ਉਹ ਚੱਲਦਾ ਰਹੇ, ਤਾਂ ਜੋ ਇਸ ਦਾ ਸਿਆਸੀ ਲਾਹਾ ਜਿਹੜਾ ਗੁਜਰਾਤ ਦੀਆਂ ਚੋਣਾਂ 'ਚ ਲਿਆ ਜਾ ਸਕੇ। ਕਿਉਂਕਿ ਏਡੇ ਦਾ ਮੂਰਖ ਜਾਂ ਅਸੀਂ ਕਹਿ ਸਕਦੇ ਕਿ ਪੰਜਾਬ ਸਰਕਾਰ ਦੇ ਸਲਾਹਕਾਰ ਹੈ ਨਹੀਂ ਕਿ ਇਹੋ ਜਿਹੀ ਚਿੱਠੀ ਉਹਨਾਂ ਨੂੰ ਪਤਾ ਵੀ ਚਿੱਠੀ ਰਾਜਪਾਲ ਨੂੰ ਪਾਉਣੀ ਆ ਤੇ ਸੋਸ਼ਲ ਮੀਡੀਆ ਤੇ ਜਾਂ ਆਉਣੀ ਨਹੀਂ। ਅੱਜ ਕੱਲ੍ਹ ਤਾਂ ਚਿੱਠੀ ਦਫ਼ਤਰ 'ਚੋਂ ਲਿਖਦੇ ਬਾਅਦ 'ਚ ਨੇ, ਪਹਿਲਾਂ ਉਹ ਲੀਕ ਹੋ ਜਾਂਦੀ ਆ। ਸੋ ਇਹ ਕੁਝ ਸੁਖਵਿੰਦਰ ਜੀ ਬੜੀਆਂ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ, ਚਿੱਠੀਆਂ ਲੀਕ ਹੁੰਦੀਆਂ ਨਹੀਂ, ਲੀਕ ਕਰਵਾਈਆਂ ਜਾਂਦੀਆਂ ਨੇ। ਆਹ ਜਿਹੜਾ ਵਾਦ ਚੱਲ ਰਿਹਾ ਸੀ ਇਹ ਵੀ ਹੈ
ਕਿ ਇੱਕ ਇਹ ਵੀ ਨਹੀਂ ਹੋ ਸਕਦਾ ਕਿ ਇੱਕ ਚਿੱਠੀ ਰਾਜਪਾਲ ਨੂੰ ਅੰਗਰੇਜ਼ੀ 'ਚ ਭੇਜੀ ਜਾਵੇ ਤੇ ਦੂਜੀ ਚਿੱਠੀ ਰਾਜਪਾਲ ਨੂੰ ਪੰਜਾਬੀ 'ਚ ਭੇਜ ਦਿੱਤੀ ਜਾਵੇ। ਇਹ ਵੀ ਜਿਹੜਾ ਸੰਭਵ ਨਹੀਂ ਹੈਗਾ। ਜਾਂ ਤਾਂ ਦੋਨੇ ਇੱਕੋ ਭਾਸ਼ਾ ਦੇ ਵਿੱਚ ਜਾਣਗੀਆਂ ਤੇ ਜਾਂ ਫਿਰ ਦੋਵਾਂ ਨਹੀਂ ਚਿੱਠੀਆਂ ਦੀਆਂ ਕਾਪੀਆਂ ਜੀ ਦੋਵੇਂ ਅੰਗਰੇਜ਼ੀ 'ਚ ਦੋਵੇਂ ਪੰਜਾਬੀ 'ਚ ਹੋਣਗੀਆਂ। ਨਹੀਂ ਤਾਂ ਪਰ ਫਿਰ ਭੇਜਣ ਦੀ ਲੋੜ ਵੀ ਕੀ ਹੈ? ਦੋ ਚਿੱਠੀਆਂ ਭੇਜਣ ਦੀ ਕੀ ਲੋੜ ਆ? ਤੁਸੀਂ ਇੱਕ ਚਿੱਠੀ ਭੇਜ ਦਿਓ। ਸੋਚਣ ਵਾਲੀ ਗੱਲ ਤੇ ਇਹ ਆ ਕਿ ਤੁਸੀਂ ਦੋ ਚਿੱਠੀਆਂ ਭੇਜ ਦਿਓ। ਬਾਕੀ ਸੁਖਵਿੰਦਰ ਜੀ, ਇਹ ਜੋ ਅਸਲ 'ਚ ਡਰਾਮਾ ਜਿਹੜਾ ਰਚਿਆ ਗਿਆ ਕੱਲ ਸਾਰਾ ਦਿਨ ਅੱਜ ਚਰਚਾਵਾਂ ਮੀਡੀਆ ਤੇ ਖੇਤਰ 'ਚ ਇਹੋ ਚੱਲਦੀ ਪਈਆਂ। ਇਹ ਡਰਾਮਾ ਸਿਰਫ ਤੇ ਸਿਰਫ ਇਹ ਸੀ ਕਿ ਲੋਕਾਂ 'ਚ ਇਹ ਪ੍ਰਭਾਵ ਦੇਣਾ ਕਿ ਜਿਹੜੀ ਪੰਜਾਬ ਸਰਕਾਰ ਆ ਪੰਜਾਬੀ ਆ ਦੇ ਪ੍ਰਤੀ ਪੂਰਨ ਤੌਰ ਤੇ ਗੱਲਬਾਤ ਤਿਆਰ ਹੈਗੀ ਆ ਤੇ ਠੀਕ ਆ, ਅਸੀਂ ਆਪਣੇ ਜਿਹੜੇ ਰਾਜਪਾਲ ਸਾਹਿਬ ਨੂੰ ਅੰਗਰੇਜ਼ੀ 'ਚ ਜਵਾਬ ਦੇ ਕੇ ਪਾਰਲੀਮੈਂਟ ਉਧਰ ਵੀ ਕਰ ਲਾਂਗੇ। ਅਣਖ ਸਾਹਿਬ, ਲੋਕ ਸਮਝ ਗਏ ਆਪਣੀ ਸਥਿਤੀ ਨੂੰ ਬਚਾਉਣ ਦੇ ਲਈ ਇਹ ਗੱਲਾਂ ਕਿ ਗੁਜਰਾਤ 'ਚ ਲਾਹਾ ਲੈਣ ਦੇ ਲਈ, ਪਰ ਲੱਗਦਾ ਨਹੀਂ ਕਿ ਗਵਰਨਰ ਇੱਕ ਮੰਝੇ ਹੋਏ ਸਿਆਸਤਦਾਨ ਲੱਗਦੇ ਆ, ਔਰ ਜਾਂ ਆਪਾਂ ਕਹਿ ਲਈਏ ਕਿ ਉਹਨਾਂ ਦਾ ਸਲਾਹਕਾਰ ਕੋਈ ਮੰਝਿਆ ਹੋਇਆ ਸਿਆਸਤਦਾਨ ਹੈ। ਕਿਉਂਕਿ ਜਿਸ ਤਰੀਕੇ ਦੇ ਨਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਤੇ ਕੇਜਰੀਵਾਲ ਤੇ ਉਹਨਾਂ ਦੀ ਸਰਕਾਰਾਂ ਨੂੰ ਦੋਹਾਂ ਨੂੰ ਮੂਹਰੇ ਲਾ ਲਿਆ, ਤਾਂ ਲੱਗ ਰਿਹਾ ਕਿ ਪੂਰਨ ਤਰੀਕੇ ਦੇ ਨਾਲ ਉਹਦੇ ਮੂਹਰੇ ਅਸਮਰੱਥ ਨਜ਼ਰ ਆ ਰਹੀ ਹੈ ਕੇਜਰੀਵਾਲ ਦੀ ਸਰਕਾਰ, ਭਗਵੰਤ ਮਾਨ ਦੀ ਸਰਕਾਰ, ਦੋਵੇਂ ਜਿਹੜੇ ਬਨਵਾਰੀ ਲਾਲ ਪੁਰੋਹਿਤ ਤੇ ਲੱਗਦਾ ਨਹੀਂ ਕਿ ਮੂਹਰੇ ਲਾ ਲਏ ਆ ਉਹਨਾਂ ਨੇ। ਸੁਖਵਿੰਦਰ ਜੀ, ਹੁਣ ਵੇਖੋ ਜਿਹੜੇ ਗਵਰਨਰ ਲਾਏ ਜਾਂਦੇ ਨੇ, ਗਵਰਨਰ ਉਹ ਲੋਕ ਲਾਏ ਜਾਂਦੇ ਨੇ ਜਿਨ੍ਹਾਂ ਦਾ ਇੱਕ ਲੰਮਾ ਸਿਆਸੀ ਤਜਰਬਾ ਹੁੰਦਾ। ਇਹ 2 ਵਾਰ ਦੇ MP ਨੇ, 3 ਵਾਰ ਦੇ MLA ਰਹੇ ਨੇ ਔਰ ਭਾਰਤੀ ਕਾਂਗਰਸ ਦੇ ਵਿੱਚ ਵੀ ਰਹੇ ਨੇ। ਦੂਜੇ ਪਾਸੇ ਵਿਗੜੇ ਬੋਲ ਦੇਵਮਾਨ ਦੇ ਆ ਗਏ ਆ। ਉਹ ਕਹਿੰਦੇ ਨਾਭੇ ਤੋਂ MLA ਆ, ਪਤਾ ਨਹੀਂ ਉਹ ਕਿਹੜੇ ਹਿਸਾਬ ਨਾਲ ਜਿੱਤ ਗਏ, ਕਿਹੜੀ ਲਹਿਰ ਦੇ ਵਿੱਚ ਜਿੱਤ ਗਏ, ਉਹਨਾਂ ਨੂੰ ਪਤਾ ਨਹੀਂ ਕਿਹੜੀ ਗੱਲ ਦਾ ਖੁਮਾਰ ਹੋ ਗਿਆ। ਉਹ ਕਹਿੰਦੇ ਕਿ ਰਾਜਪਾਲ ਮੇਰੇ ਖਿਲਾਫ ਆ ਕੇ ਚੋਣ ਲੜਦਾ, ਨਾਭੇ ਤੋਂ ਚੋਣ ਕਰਕੇ ਦੇ ਰਹੇ, ਕਹਿੰਦੇ ਸੈੱਟ ਕਰ ਦਿਆਂਗੇ ਇਹਨਾਂ ਨੂੰ ਜਮਾਂ। ਮੈਨੂੰ ਸਮਝੋ ਬਾਹਰ ਹੈ ਗੱਲ। ਕਹਿੰਦੇ ਰਾਜਪਾਲ ਤੋਂ ਉਹਨਾਂ ਨੂੰ ਬਣਾਇਆ ਜਾਂਦਾ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ। ਸੁਖਵਿੰਦਰ ਜੀ, ਇਹੋ ਜਿਹੀ ਜਿਹੜੀਆਂ ਟਿੱਪਣੀਆਂ ਹੁੰਦੀਆਂ ਨੇ ਇਹ ਸਿਰਫ ਤੁਹਾਡੇ ਬੌਧਿਕ ਜਿਹੜਾ ਵਰਤਾਰਾ ਉਸ ਨੂੰ ਪੇਸ਼ ਕਰਦੇ ਨੇ ਕਿ ਤੁਹਾਡੀ ਜਿਹੜੀ ਬੁੱਧੀ ਆ ਜਾਂ ਤੁਹਾਡਾ ਬੌਧਿਕ ਵਰਤਾਰਾ, ਬੌਧਿਕ ਪੱਧਰ ਕਿੰਨਾ ਕੁ ਉੱਚਾ। ਹੁਣ ਰਾਜਪਾਲ ਨੂੰ ਤੁਸੀਂ ਮਤਲਬ ਇੰਨੀ ਗੱਲ ਕਹਿਣ ਦੇ ਚ ਕਿ ਸਾਡੇ ਮੁਕਾਬਲੇ ਚੋਣ ਲੜ ਕੇ ਵੇਖ ਲਓ, ਤੁਹਾਡੇ ਮੁਕਾਬਲੇ ਫਿਰ ਚੋਣ ਤਾਂ ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਲੜ ਕੇ ਵੇਖ ਲਈ ਸੀ, ਘੱਟੋ ਘੱਟ ਉਹਦਾ ਜਵਾਬ ਦੇ ਦਿਓ। ਮਤਲਬ ਸਥਿਤੀਆਂ ਇਹੋ ਜਿਹੀਆਂ ਨਹੀਂ ਗੱਲਾਂ ਕਰਨੀਆਂ ਚਾਹੀਦੀਆਂ। ਗੱਲ ਤੁਸੀਂ ਬਤੌਰ ਬਹੁਤ MLA ਜੇ, ਵਿਧਾਇਕ ਜੇ, ਉਸ ਖੇਤਰ ਦੀ ਨੁਮਾਇੰਦਗੀ ਕਰ ਰਹੇ ਜੇ ਤੇ ਦੂਜੇ ਪਾਸੇ ਗਵਰਨਰ ਦਾ ਅਹੁਦਾ, ਰਾਜਪਾਲ ਦਾ ਅਹੁਦਾ, ਜਿਸ ਤਰ੍ਹਾਂ ਦਾ ਮਰਜ਼ੀ ਹੋਵੇ ਰਾਜਪਾਲ, ਪਰ ਗਵਰਨਰ ਦਾ ਅਹੁਦਾ ਇੱਕ ਸੰਵਿਧਾਨਕ ਅਹੁਦਾ ਆ। ਮਾਨ ਮੱਤਾ ਉਸ ਦੀ ਮਰਿਆਦਾ ਪੂਰਨ ਤੌਰ ਤੇ ਕਾਇਮ ਰਹਿਣੀ ਚਾਹੀਦੀ ਹੈ। ਠੀਕ ਆ, ਉਹ ਭਾਜਪਾ ਦਾ, ਪਰ ਉਸ ਦੇ ਆਪਣੇ ਖੇਤਰ ਦੇ। ਤੁਸੀਂ ਇਹ ਗੱਲ ਕਹੀ ਕਿ ਇਹਨਾਂ ਦੇ ਸਲਾਹਕਾਰ ਵਾਕਈ ਤੇਜ਼ ਨੇ ਜਾਂ ਅੱਗੇ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ, ਭਗਵੰਤ ਮਾਨ ਨੂੰ ਅੱਗੇ ਲਾ ਲਿਆ। ਗੱਲ ਸੁਖਵਿੰਦਰ ਜੀ ਸਲਾਹਕਾਰਾਂ ਦੀ ਨਹੀਂ ਆ, ਉਸ ਬੰਦੇ ਦਾ ਇੱਕ ਲੰਮਾ ਸਿਆਸੀ ਜੀਵਨ ਰਿਹਾ, ਤਜਰਬਾ ਰਿਹਾ। ਔਰ ਦੂਜੇ ਬੰਨੇ ਉਹਦੇ ਕਿਸ ਪਾਰਟੀ ਦਾ? ਭਾਰਤੀ ਜਨਤਾ ਪਾਰਟੀ ਦਾ। ਤੇ ਭਾਰਤੀ ਜਨਤਾ ਪਾਰਟੀ ਜਿਹੜਾ ਹਰ ਹੋਮਵਰਕ ਆ ਪੂਰਨ ਤੌਰ ਤੇ ਟਿਚਨ ਬਿਚਨ ਰੱਖਦੀ, ਪੂਰਾ ਮੁਕੰਮਲ ਰੱਖਦੀ ਆ। ਤਾਂ ਇਸ ਕਾਰਨ ਅਗਲੇ ਨੇ ਤਾਂ ਕਰਨਾ ਹੀ ਕਰਨਾ। ਘੱਟ ਤੋਂ ਘੱਟ ਆ ਜਿਹੜੀ ਅੱਗੇ ਲਾਉਣ ਵਾਲੀ ਗੱਲ, ਇਹ ਤਾਂ ਅੱਗੇ ਵੀ ਨਹੀਂ ਲੱਗ ਸਕੇ, ਇਹ ਤਾਂ ਮਤਲਬ ਪਿੱਛੇ ਹੀ ਰਹਿ ਗਏ ਨੇ। ਕਿਉਂਕਿ ਤੁਹਾਨੂੰ ਪਤਾ ਕਿ ਤੁਹਾਡੇ ਉੱਤੇ ਗਵਰਨਰ ਤੇ ਦਿੱਲੀ ਦੇ ਵਿੱਚ ਵਿਜੇ ਸਕਸੇਨਾ ਜਿਹੜੇ ਉਪ ਰਾਜਪਾਲ ਨੇ ਤੁਹਾਡੀ ਹਰ ਕਾਰਵਾਈ, ਹਰ ਗਤੀਵਿਧੀ ਤੇ ਉੱਤੇ ਨਜ਼ਰ ਰੱਖ ਰਹੇ ਨੇ। ਤਾਂ ਫਿਰ ਤੁਹਾਡੇ ਵੱਲੋਂ ਜਿਹੜਾ ਵੀ ਕੰਮ ਕੀਤਾ ਜਾਣਾ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਗਵਰਨਰ ਨੂੰ ਮੌਕਾ ਹੀ ਨਾ ਮਿਲੇ ਉਹਦੇ ਉੱਤੇ ਆਬਜੈਕਸ਼ਨ ਲਾਉਣ ਦਾ। ਪਰ ਜਾਣ ਬੁੱਝ ਕੇ ਇਹਨਾਂ ਵੱਲੋਂ ਸੁਖਿੰਦਰ ਜੀ ਸਥਿਤੀਆਂ ਇਹ ਜਾਣ ਬੁੱਝ ਕੇ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਇਹ ਦੂਜਿਆਂ ਰਾਜਾਂ ਦੇ ਵਿੱਚ ਇਹ ਰੌਲਾ ਪਾ ਸਕਣ ਕਿ ਹਾਂ ਭਈ ਗਵਰਨਰ ਸਾਨੂੰ ਕੰਮ ਨਹੀਂ ਕਰਨ ਦਿੰਦਾ, ਗਵਰਨਰ ਸਾਨੂੰ ਲੋਕਾਂ ਦੀ ਜਿਹੜੀ ਚੁਣੀ ਹੋਈ ਸਰਕਾਰ ਆ ਉਹਨੂੰ ਕੋਈ ਫੈਸਲੇ ਨਹੀਂ ਲੈਣ ਦਿੰਦਾ ਲੋਕ ਪੱਖੀ। ਤੇ ਦੂਜੇ ਪਾਸੇ ਗਵਰਨਰ ਦੀ ਵੀ ਇਹ ਜਿਹੜੀ ਹੈਗੀ ਆਪ ਕਹਿ ਸਕਦੇ ਕਿ ਸੋਚ ਆ ਜਾਂ ਇਸ ਤਰੀਕੇ ਦੀ ਕਹਿ ਸਕਦੇ ਗਤੀਵਿਧੀ ਜਾਂ ਕਾਰਵਾਈ ਆ, ਉਹ ਵੀ ਇਹ ਸਾਬਤ ਕਰਨ ਦੇ ਮੂਡ 'ਚ ਨੇ ਕਿ ਇਹ ਜਿਹੜੇ ਲੋਕ ਨੇ ਮੈਚਿਓਰਿਟੀ ਦੀ ਕਮੀ ਕਰਕੇ ਰਾਜ ਚਲਾਉਣ ਦੇ ਸਮਰੱਥ ਨਹੀਂ ਹੈਗੇ। ਸੋ ਇਹ ਜਿਹੜਾ ਕਲੈਸ਼ ਚੱਲਦਾ ਪਿਆ, ਇਸ ਕਲੈਸ਼ ਦੇ ਵਿੱਚ ਜ਼ਿੰਮੇਵਾਰੀ ਜਿਹੜੀ ਆ ਇਸ ਸਰਕਾਰ ਦੀ, ਗਵਰਨਰ ਦੀ ਨਹੀਂ ਆ। ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ, ਭਗਵੰਤ ਮਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਫੈਸਲੇ ਨਾ ਹੀ ਕੀਤੇ ਜਾਣ ਜਿਹੜੇ ਲੋਕਾਂ ਦੇ ਵਿੱਚ ਮਜ਼ਾਕ ਦਾ ਪਾਤਰ ਬਣ ਤੇ ਸਰਕਾਰ ਨੂੰ ਬੈਕਫੁੱਟ ਤੇ ਲੈ ਜਾਣ ਤੇ ਗਵਰਨਰ ਉੱਤੇ ਆਬਜੈਕਸ਼ਨ ਆਵੇ। ਸੋ ਇਹ ਚਿੱਠੀ ਜਿਹੜੀ ਵਾਰ-ਵਾਰ ਕੋਈ ਏਡੀ ਵੱਡੀ ਗੱਲ ਨਹੀਂ ਸੀ। ਠੀਕ ਆ, ਤੁਸੀਂ ਜਵਾਬ ਦੇ ਦਿੱਤਾ, ਫਿਰ ਚਿੱਠੀ ਰਿਲੀਜ਼ ਕਰਦੀ, ਤੁਸੀਂ ਪੰਜਾਬੀ 'ਚ ਚਿੱਠੀ ਲੈ ਕੇ ਅੰਗਰੇਜ਼ੀ ਦੀ ਗਵਰਨਰ ਨੂੰ ਫੜਾ ਰਹੇ, ਉਹਦੀ ਲੋੜ ਕੀ ਆ? ਤੇ ਜੇ ਵਾਕਈ ਜੇ ਗਵਰਨਰ ਨੂੰ, ਪੰਜਾਬ ਦਾ ਗਵਰਨਰ ਆ, ਤਾਂ ਤੁਸੀਂ ਕਹਿ ਰਹੇ ਕਿ ਉਹਨੂੰ ਪੰਜਾਬੀ ਨਹੀਂ ਆਉਂਦੀ, ਉਹਦੇ ਇੰਨੇ ਸਲਾਹ ਕਰਦੇ ਉਹਨੂੰ ਪੰਜਾਬੀ ਜ਼ਰੂਰ ਪੜ੍ਹਾ ਦਿੱਤੀ ਜਾਊਗੀ। ਸੋ ਸੁਖਵਿੰਦਰ ਜੀ, ਇਹ ਸਰਕਾਰ ਦੀਆਂ ਜਿਹੜੀਆਂ ਬੇਵਕੂਫੀਆਂ ਹੀ ਅਸੀਂ ਕਹਿ ਸਕਦੇ ਹਾਂ, ਇਹ ਸਰਕਾਰ ਨੂੰ ਬੈਕਫੁੱਟ ਤੇ ਲਿਜਾ ਰਹੀਆਂ ਨੇ, ਨਾ ਕਿ ਕਿਸੇ ਚੰਗੇ ਪਾਸੇ। ਜੀ ਬਿਲਕੁਲ। ਅਣਖੀ ਸਾਹਿਬ, ਕੁਝ ਅਹਿਮ ਫੈਸਲੇ ਜਿਹੜੇ ਆ ਸਰਕਾਰ ਦੇ ਵੱਲੋਂ ਲਏ ਗਏ, ਹਾਲਾਂਕਿ ਇੱਕ ਖਬਰ ਅਸੀਂ ਪਾ ਕੇ ਉਹ ਫੈਸਲੇ ਜਿਹੜੇ ਦੱਸ ਦਿੱਤੇ ਕਿਹੜੇ-ਕਿਹੜੇ ਆ, ਪਰ ਮੁਲਾਜ਼ਮਾਂ ਸੰਬੰਧੀ ਇੱਕ ਜਿਹੜਾ ਫੈਸਲਾ ਲਿਆ ਗਿਆ, ਇੱਕ ਤਾਂ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਬਹਾਲ ਕਰ ਦਿੱਤੀ, ਅੱਜ ਕੈਬਨਿਟ ਦੇ ਵਿੱਚ ਮੋਹਰ ਲੱਗ ਗਈ ਹੈ, ਔਰ ਦੂਜੇ ਪਾਸੇ 6% DA ਜਿਹੜਾ ਦੀਵਾਲੀ ਦਾ ਤੋਹਫਾ ਮੁਲਾਜ਼ਮਾਂ ਨੂੰ ਦਿੱਤਾ ਗਿਆ। ਕਿਵੇਂ ਦੇਖਦੇ ਹੋ ਇਹ ਮੇਜਰ ਜਿਹੜੇ ਫੈਸਲੇ ਦੋ ਲਏ ਗਏ ਆ ਇਸ ਕੈਬਨਿਟ ਮੀਟਿੰਗ ਦੇ ਵਿੱਚ?
ਸੁਖਵਿੰਦਰ ਜੀ ਬੜੇ ਮਹੱਤਵਪੂਰਨ ਫੈਸਲੇ ਨੇ। ਬੀਤੇ 2004 ਤੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਸੀ ਉਦੋਂ ਇਹ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਐਨਪੀਐਸ ਜਿਹੜੀ ਸਕੀਮ ਸੀ ਉਹ ਲਾਗੂ ਕੀਤੀ ਗਈ। ਤੇ ਜਿੰਨੇ ਵੀ ਮੁਲਾਜ਼ਮ ਵਰਗ ਦੀ ਬੜੇ ਲੰਮੇ ਸਮੇਂ ਤੋਂ ਇਹ ਮੰਗ ਰਹੀ ਆ ਕਿ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਬਹਾਲ ਕੀਤੀ ਕਰ ਦਿੱਤੀ ਜਾਵੇ। ਇਹਦੇ ਸਮੇਂ ਤੇ ਪੁਰਾਣੇ ਪੈਨਸ਼ਨਰ ਜਾਂ ਹੋਰ ਲੋਕਾਂ ਨੇ ਵੀ ਸਮੇਂ-ਸਮੇਂ ਤੇ ਸੰਘਰਸ਼ ਜਿਹੜਾ ਕਰਦੇ ਰਹੇ ਨੇ ਤੇ ਇਸ ਵੇਲੇ ਜਿਹੜੀ ਮਿਨਿਸਟਰੀਅਲ ਸਟਾਫ ਦੀ ਜਿਹੜੀ ਸਟ੍ਰਾਈਕ ਚੱਲਦੀ ਪਈ ਹੈ 10 ਅਕਤੂਬਰ ਤੋਂ, ਉਹਨਾਂ ਦੀ ਵੀ ਮੁੱਖ ਮੰਗ ਇਹੋ ਹੀ ਸੀ। ਤਾਂ ਖੈਰ ਸਰਕਾਰ ਦਾ ਜੇਕਰ ਇਹ ਫੈਸਲਾ ਲਿਆ ਗਿਆ, ਉਹਨੇ ਮੋਹਰ ਲਾਈ ਹੈ ਕੈਬਨਿਟ ਤੇ, ਬੜਾ ਵਧੀਆ ਸ਼ਲਾਘਾਯੋਗ ਫੈਸਲਾ। ਇਹਦੇ ਨਾਲ ਕਿੰਨੇ ਲੋਕ ਜਿਹੜੇ ਨੇ ਉਹਨਾਂ ਨੂੰ ਇਸ ਦਾ ਲਾਭ ਜਿਹੜਾ ਮਿਲੇਗਾ। ਪਰ ਸੁਖਵਿੰਦਰ ਜੀ ਦੂਜੇ ਪਾਸੇ ਪ੍ਰਸ਼ਨ ਇਹ ਵੀ ਪੈਦਾ ਹੁੰਦਾ ਕਿ ਫਾਈਲ ਕਰਨ ਨੂੰ ਗੁਰਦੁਆਰਾ ਫਿਰ ਨਾ ਰੱਖ ਲਏ। ਕੋਈ ਇਹੋ ਜਿਹੀਆਂ ਸਥਿਤੀਆਂ ਦਾ ਵੀ ਧਿਆਨ ਜਿਹੜਾ ਉਹ ਜ਼ਰੂਰ ਰੱਖ ਲੈਣਾ ਚਾਹੀਦਾ। ਬਾਕੀ ਇਹ ਵਾਅਦਾ ਜਿਹੜਾ ਸੀ ਇਹ ਕੀਤਾ ਸੀ ਸਰਕਾਰ ਨੇ, ਆਮ ਆਦਮੀ ਪਾਰਟੀ ਨੇ, ਜਦੋਂ ਚੋਣਾਂ ਦਾ ਆਉਣ ਤੋਂ ਪਹਿਲਾਂ। ਤੇ ਦੂਜੇ ਪਾਸੇ ਆ ਜਿਹੜਾ 6% ਡੀਏ ਦਾ ਵਾਅਦਾ ਕੀਤਾ, ਇਹ ਵਾਅਦਾ ਸੁਖਵਿੰਦਰ ਜੀ ਅੱਜ ਦੀ ਮਹਿੰਗਾਈ ਦੇ ਯੁੱਗ 'ਚ ਥੋੜਾ ਜਿਹਾ ਜ਼ਿਆਦਾ ਹੁੰਦਾ, 10% ਹੁੰਦਾ ਤਾਂ ਫੇਰ ਜ਼ਰੂਰ ਹੁੰਦਾ। ਚਲੋ 6% ਦਿੱਤਾ, ਇਹ ਤਾਂ ਮੁਲਾਜ਼ਮ ਵਰਗ ਦੇ ਦੇਖਣਾ ਕਿ ਕਿੰਨੀਆਂ ਤਨਖਾਹਾਂ 'ਚ ਫਰਕ ਪੈਣਾ। ਪਰ ਜਿਹੜੀ ਪੈਨਸ਼ਨ ਸਕੀਮ ਜਿਹੜੀ ਆ ਉਹ ਸਰਕਾਰ ਦਾ ਜਿਹੜਾ ਫੈਸਲਾ ਲੈ ਗਿਆ ਜ਼ਰੂਰ ਸ਼ਲਾਘਾਯੋਗ ਆ, ਕਿਉਂਕਿ ਇਹਦੇ ਨਾਲ ਬਹੁਤ ਪੈਨਸ਼ਨਰ ਜਾਂ ਉਹ ਸਰਕਾਰੀ ਮੁਲਾਜ਼ਮ ਜਿਹੜੇ ਬੀਤੇ ਸਮੇਂ ਤੋਂ ਪੈਨਸ਼ਨ ਵਰਗੀ ਸਹੂਲਤ ਤੋਂ, ਜਿਨ੍ਹਾਂ ਨੇ 58 ਸਾਲ ਸੁਖਵਿੰਦਰ ਜੀ ਇੱਕ ਮਹਿਕਮੇ ਨੂੰ ਦਿੱਤੇ ਆ, ਤਾਂ ਮੈਂ 58 ਸਾਲ ਬਾਅਦ ਜਦੋਂ ਘਰ ਆਉਂਦੇ ਵਾਪਸ ਤਾਂ ਮਿਲਦਾ ਹੀ ਕੱਖ ਨਹੀਂ। ਘੱਟ ਤੋਂ ਘੱਟ ਉਹਨਾਂ ਦਾ ਹੁਣ ਟਿਲ ਜਦੋਂ ਤੱਕ ਉਹ ਰਹਿਣਗੇ, ਘੱਟ ਤੋਂ ਘੱਟ ਸਰਕਾਰ ਉਹਨਾਂ ਦਾ ਜਿਹੜਾ ਇੱਕ ਪੂਰਨ ਤੌਰ ਤੇ ਜ਼ਿੰਮੇਵਾਰੀ, ਇੱਕ ਸਟੂਡੈਂਟ ਬਣ ਕੇ ਜ਼ਿੰਮੇਵਾਰੀ ਨਿਭਾਏਗੀ। ਦੀਵਾਲੀ ਦਾ ਆ ਤੋਹਫਾ ਜਿਹੜਾ ਵਾਕਈ ਮੁਲਾਜ਼ਮ ਵਰਗ ਨੂੰ ਚੰਗਾ ਲੱਗੇਗਾ। ਬਾਕੀ ਅਜੇ ਮੁਲਾਜ਼ਮ ਜਥੇਬੰਦੀਆਂ ਦੇ ਪ੍ਰਤੀਕਰਮ ਆਉਣੇ ਨੇ, ਉਸ ਤੋਂ ਬਾਅਦ ਜਿਹੜੀ ਸਾਰੀ ਤਸਵੀਰ ਜਿਹੜੀ ਆ ਉਹ ਸਾਫ਼ ਹੋਏਗੀ ਜੀ। ਬਿਲਕੁਲ। ਤਾਂ ਸਰ ਤੁਸੀਂ ਸਾਡੇ ਨਾਲ ਪ੍ਰੋਗਰਾਮ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਆਏ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।